नमस्कार साथियों, रीड ते लेवल 1 ਅਤੇ 2 ਦੇ ਅੰਦਰ ਆਪਣਾ ਪੰਜਾਬੀ ਲੈਂਗੁਏਜ ਸੈਕਿੰਡ ਦੇ ਅੰਦਰ ਇੱਕ ਟੌਪਿਕ ਚੱਲ ਰਿਹਾ ਸੀ ਕਵਿਤਾ ਦੇ ਬਾਰੇ ਤੇ ਉਸ ਦੇ ਅੰਦਰ ਆਪਾਂ ਕਵਿਤਾ ਦੇ ਤੱਤ ਪੜ੍ਹ ਰਹੇ ਸੀ ਤੇ ਉਸ ਦੇ ਅੰਦਰ ਅੱਜ ਆਪਾਂ ਗੱਲ ਕਰਨੀ ਹੈ ਜੋ ਉਹ ਆਪਾਂ ਭਾਵ ਤੱਤ ਦੀ ਗੱਲ ਕਰਨੀ ਹੈ ਜੋ ਕਿ ਕਵਿਤਾ ਦਾ ਇੱਕ ਅਹਿਮ ਤੱਤ ਹੈ ਤੇ ਆਪਦੇ ਸਿਲੇਬਸ ਦੇ ਅੰਦਰ ਇਹ ਟੌਪਿਕ ਦਿੱਤਾ ਵੀ ਗਿਆ ਹੈ। ਤਾਂ ਉਹ ਸਾਥੀਓ ਗੱਲ ਕਰਦੇ ਹਾਂ ਕਿ ਕਵਿਤਾ ਦੇ ਅੰਦਰ ਇੱਕ ਭਾਵ ਹੈ ਜੋ ਉਹ ਕੀ ਹੈ। ਸਭ ਤੋਂ ਪਹਿਲੇ ਆਪਾਂ ਭਾਵ ਦੇ ਬਾਰੇ ਹੀ ਦੇਖਣਾ ਹੈ। ਭਾਵ ਮਨੋਭਾਵਾਂ ਜਾਂ ਜਜ਼ਬੇ ਕਵਿਤਾ ਦੀ ਰਚਨਾ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਨੇ। ਯਾਨੀ ਭਾਵ ਕਹਿ ਦਿਓ ਜਾਂ ਫਿਰ ਇਉਂ ਕਹਿ ਦਿਓ ਕਿ ਜਿਹੜੇ ਸਾਡੇ ਮਨ ਦੇ ਭਾਵ ਹੁੰਦੇ ਨੇ ਜਾਂ ਫਿਰ ਇਉਂ ਕਹਿ ਦਿਓ ਕਿ ਜਿਹੜੇ ਜਜ਼ਬੇ ਹੁੰਦੇ ਨੇ ਸਾਡੇ ਉਹਨਾਂ ਦੀ ਕਵਿਤਾ ਦੀ ਰਚਨਾ ਦੇ ਅੰਦਰ ਯਾਨੀ ਕਵਿਤਾ ਨੂੰ ਜਦੋਂ ਕਵੀ ਕੋਈ ਰਚਦਾ ਹੈ ਤਾਂ ਉਸ ਵੇਲੇ ਉਸ ਦਾ ਰੋਲ ਬਹੁਤ ਅਹਿਮ ਹੋ ਜਾਂਦਾ ਹੈ, ਬਹੁਤ ਹੀ ਮਹੱਤਵਪੂਰਨ ਹੋ ਜਾਂਦਾ ਹੈ। ਅੰਗਰੇਜ਼ੀ ਕਵੀ ਵਰਡਜ਼ਵਰਥ ਨੇ ਕਵਿਤਾ ਨੂੰ ਤਿੱਖੇ ਜਜ਼ਬਿਆਂ ਤੇ ਵਲਵਲਿਆਂ ਦਾ ਬੇਰੋਕ ਉਛਾਲਾ ਕਿਹਾ। ਇਹ ਗੱਲ ਕਿਸ ਨੇ ਕਹੀ ਹੈ? ਇੱਕ ਅੰਗਰੇਜ਼ ਕਵੀ ਹੈ ਜਿਸ ਦਾ ਨਾਮ ਵਰਡਜ਼ਵਰਥ ਲੈਂਦੇ ਹਾਂ ਆਪਾਂ ਤੇ ਉਸਨੇ ਕਵਿਤਾ ਦੇ ਬਾਰੇ ਇਹ ਗੱਲ ਕਹੀ ਹੈ, ਕਵਿਤਾ ਦੇ ਭਾਵ ਦੇ ਬਾਰੇ ਇਹ ਗੱਲ ਖਾਸ ਤੌਰ ਤੇ ਕਹੀ ਹੈ ਕਿ ਕਵਿਤਾ ਨੂੰ ਤਿੱਖੇ ਜਜ਼ਬਿਆਂ ਤੇ ਵਲਵਲਿਆਂ ਦਾ ਬੇਰੋਕ ਉਛਾਲਾ। ਯਾਨੀ ਬੇਰੋਕ ਦਾ ਮਤਲਬ ਹੋਇਆ ਜਦੋਂ ਸਾਡੇ ਜਜ਼ਬੇ ਇੰਨੇ ਤੇਜ਼ ਹੋ ਜਾਂਦੇ ਨੇ ਕਿ ਉਹ ਇੱਕ ਹੜ੍ਹ ਦਾ ਰੂਪ ਧਾਰਨ ਕਰ ਲੈਣ ਤਾਂ ਫਿਰ ਉਹ ਰੁਕਦੇ ਨਹੀਂ, ਉਹਨਾਂ ਦਾ ਉਛਾਲ ਹੈ ਜਿਹੜਾ ਉਹ ਇੱਕ ਕਵਿਤਾ ਦੇ ਰੂਪ ਦੇ ਅੰਦਰ ਪ੍ਰਗਟ ਹੁੰਦਾ ਹੈ। ਜਜ਼ਬਿਆਂ ਦੇ ਤਿੱਖੇ ਵਹਿਣ ਵਿੱਚੋਂ ਹੀ ਕਵਿਤਾ ਦਾ ਜਨਮ ਹੁੰਦਾ ਹੈ। ਯਾਨੀ ਜਿਹੜੇ ਜਜ਼ਬੇ ਹੁੰਦੇ ਨੇ ਸਾਡੇ ਜਾਂ ਇਉਂ ਕਹੋ ਤੁਸੀਂ ਕਿ ਜਿਹੜੇ ਮਨ ਦੇ ਭਾਵ ਹੁੰਦੇ ਨੇ ਉਹਨਾਂ ਦਾ ਵਹਿਣ ਜਦੋਂ ਬਹੁਤ ਤੇਜ਼ ਹੋ ਜਾਏ ਤਾਂ ਉਹ ਜਿਹੜਾ ਰੂਪ ਧਾਰਨ ਕਰ ਲੈਂਦੇ ਨੇ ਤਾਂ ਉਸੇ ਦੇ ਅੰਦਰੋਂ ਹੀ ਕਵਿਤਾ ਦਾ ਜਨਮ ਹੁੰਦਾ। ਕਵਿਤਾ ਐਸੇ ਦੇ ਅੰਦਰੋਂ ਹੀ ਜਨਮ ਲੈਂਦੀ ਹੈ। ਕੋਈ ਵੀ ਮਨੁੱਖ ਖਾਸ ਕਰਕੇ ਕਵੀ ਜਜ਼ਬਿਆਂ ਜਾਂ ਭਾਵਾਂ ਤੋਂ ਸੱਖਣਾ ਨਹੀਂ ਹੋ ਸਕਦਾ। ਯਾਨੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਰ ਇੱਕ ਇਨਸਾਨ ਹੈ ਜਿਹੜਾ ਉਹ ਭਾਵਾਂ ਤੋਂ ਬਗੈਰ ਹੈ। ਭਾਵ ਤਾਂ ਸਾਥੀਓ ਹਰ ਇੱਕ ਇਨਸਾਨ ਦੇ ਅੰਦਰ ਹੈ। ਉਸੇ ਕਾਰਨ ਹੀ ਤਾਂ ਸਾਨੂੰ ਕਿਸੇ ਦੇ ਸੁੱਖ ਦੁੱਖ ਇਹਨਾਂ ਚੀਜ਼ਾਂ ਦਾ ਅਹਿਸਾਸ ਹੁੰਦਾ ਹੈ। ਸਾਡਾ ਮਨ ਕਦੇ ਕਾਹਲਾ ਪੈਂਦਾ ਹੈ, ਕਦੇ ਬੜਾ ਖੁਸ਼ ਹੋ ਜਾਂਦਾ। ਇਹ ਸਾਰੇ ਕਾਰਨ ਨੇ ਜਿਹੜੇ ਇਹ ਸਾਡੇ ਭਾਵਾਂ ਦੇ ਕਾਰਨ ਨੇ, ਸੰਵੇਗ ਹੁੰਦੇ ਨੇ ਜਿਹੜੇ ਉਹਨਾਂ ਦੇ ਇੱਕ ਰੀਜ਼ਨ ਹੋ ਜਾਂਦਾ ਹੈ। ਯਾਨੀ ਆਪਾਂ ਇਹ ਕਹੀਏ ਕਿ ਕੋਈ ਵੀ ਇਨਸਾਨ ਹੈ ਜਿਹੜਾ ਉਹ ਭਾਵਾਂ ਤੋਂ ਸੱਖਣਾ ਨਹੀਂ ਹੋ ਸਕਦਾ, ਯਾਨੀ ਉਹਨਾਂ ਤੋਂ ਬਗੈਰ ਨਹੀਂ ਹੋ ਸਕਦਾ। ਮਨੁੱਖ ਦਾ ਦਿਲ ਤਾਂ ਮਨੋਭਾਵਾਂ ਨਾਲ ਭਰਿਆ ਹੋਇਆ, ਯਾਨੀ ਇਨਸਾਨ ਦਾ ਜਿਹੜਾ ਦਿਲ ਹੈ ਉਹ ਮਨੋਭਾਵਾਂ ਦਾ ਇੱਕ ਬਹੁਤ ਵੱਡਾ ਇੱਕ ਉਛਾਲਾ ਕਹਿ ਸਕਦੇ ਹਾਂ ਅਸੀਂ ਕਿ ਉਹ ਇੱਕ ਉਸ ਦੇ ਅੰਦਰ ਇੱਕ ਖਾਨ ਕਹਿ ਸਕਦੇ ਹਾਂ। ਯਾਨੀ ਉਸ ਦੇ ਇਨਸਾਨ ਦੇ ਮਨ ਦੇ ਜਿਹੜੇ ਭਾਵ ਹੁੰਦੇ ਨੇ, ਜਜ਼ਬੇ ਹੁੰਦੇ ਨੇ, ਉਹਨਾਂ ਜਜ਼ਬਿਆਂ ਦੇ ਕਾਰਨ ਹੀ ਇਨਸਾਨ ਕੋਲ ਇੰਨਾ ਸੋਮਾ ਹੁੰਦਾ ਹੈ ਕਿ ਉਹ ਤਰ੍ਹਾਂ ਤਰ੍ਹਾਂ ਦੇ ਵਿਚਾਰ ਤੇ ਇਹ ਕਹੀਏ ਕਿ ਅਸੀਂ ਜਿਹੜਾ ਕਵਿਤਾ ਦਾ ਰਸ ਕਹਿ ਲੈਂਦੇ ਹਾਂ ਤੇ ਉਹ ਰਸ ਦੀ ਵੱਲ ਦਿਸ਼ਾ ਤੈਅ ਕਰਨ ਦਾ ਜਿਹੜਾ ਰਸਤਾ ਹੈ ਉਹ ਇਹਨਾਂ ਭਾਵਾਂ ਤੇ ਜਜ਼ਬਿਆਂ ਦੇ ਮਾਰਫਤ ਹੀ ਹੁੰਦਾ ਹੈ। ਜਜ਼ਬਿਆਂ ਦੀ ਖਾਣ ਹੈ, ਉਸ ਵਿੱਚ ਤਰ੍ਹਾਂ ਤਰ੍ਹਾਂ ਦੇ ਭਾਵ ਉਮਲਦੇ ਰਹਿੰਦੇ ਨੇ। ਪਿਆਰ ਦਾ ਭਾਵ, ਤਰਸ ਦਾ ਭਾਵ, ਡਰ ਦਾ ਭਾਵ, ਖੁਸ਼ੀ ਦਾ ਭਾਵ, ਕਿੰਨੇ ਹੀ ਭਾਵ ਨੇ। ਮੁੱਖ ਰੂਪ ਨਾਲ ਜਿਹੜੇ ਇਹ ਭਾਵ ਹੈ ਸਾਥੀਓ ਇਹ ਕਿਤੇ ਨਾ ਕਿਤੇ ਜਿਹੜਾ ਆਪਣਾ ਰਸ ਹੈ, ਰਸ ਆਪ ਨੂੰ ਇਸ ਚੈਨਲ ਦੇ ਉੱਪਰ ਵੀ ਅਵੇਲੇਬਲ ਕਰਵਾਇਆ ਗਿਆ, ਰਸ ਦੇ ਮਾਰਫਤ ਪ੍ਰਗਟ ਹੁੰਦੇ ਨੇ। ਯਾਨੀ ਜਿਹਨੂੰ ਆਪਾਂ ਰਸ ਦਾ ਨਾਮ ਦੇ ਦਿੰਦੇ ਹਾਂ ਉਸ ਦੇ ਰਾਹੀਂ ਸਾਡੇ ਸਾਹਮਣੇ ਆਉਂਦੇ ਨੇ ਕਿ ਸਾਡਾ ਜਿਹੜਾ ਮਨ ਹੈ ਉਹ ਕਿਸ ਪ੍ਰਕਾਰ ਦਾ ਹੋ ਗਿਆ, ਉਹ ਰਸ ਦੇ ਕਾਰਨ ਹੀ ਹੈ। ਜਦੋਂ ਕਵੀ ਆਪਣੇ ਦੇਸ਼ ਦੀ ਗੁਲਾਮੀ ਨੂੰ ਦੇਖਦਾ ਹੈ ਤਾਂ ਉਸ ਵਿੱਚ ਦੇਸ਼ ਭਗਤੀ ਦਾ ਜਜ਼ਬਾ ਠਾਠਾਂ ਮਾਰਨ ਲੱਗਦਾ ਹੈ। ਯਾਨੀ ਜਦੋਂ ਆਪਾਂ ਅਕਸਰ ਕੀ ਹੁੰਦਾ ਹੈ ਕਿ ਕੋਈ ਕਵਿਤਾ ਪੜ੍ਹੀ, ਕਵਿਤਾ ਦੇ ਸੀ ਆਪਣੇ ਦੇਸ਼ ਪ੍ਰੇਮ ਦੇ ਬਾਰੇ ਸੀ, ਦੇਸ਼ ਦੀ ਗੁਲਾਮੀ ਨੂੰ ਛਡਾਉਣ ਦੇ ਬਾਰੇ ਸੀ। ਯਾਨੀ ਜਿਹੜੀ 47 ਤੋਂ ਪਹਿਲੇ ਦੀ ਕੋਈ ਕਵਿਤਾ ਦੀ ਗੱਲ ਕਰੀਏ ਤਾਂ ਫਿਰ ਉਹ ਕਵਿਤਾ ਪੜ੍ਹ ਕੇ ਸਾਡੇ ਮਨ ਦੇ ਅੰਦਰ ਇੱਕ ਦੇਸ਼ ਭਗਤੀ ਦੀ ਜਿਹੜਾ ਜਜ਼ਬਾ ਹੈ ਉਹ ਜਾਗ ਪਏਗਾ ਅਤੇ ਸਾਡਾ ਵੀ ਮਨ ਕਰੇਗਾ ਕਿ ਜੇਕਰ ਅਸੀਂ ਉਸ ਵੇਲੇ ਹੁੰਦੇ ਤਾਂ ਅਸੀਂ ਵੀ ਅੰਗਰੇਜ਼ਾਂ ਨਾਲ ਲੋਹਾ ਲੈਣਾ ਸੀ। ਪਰ ਜਦੋਂ ਕੋਈ ਖੂਬਸੂਰਤ ਦ੍ਰਿਸ਼ ਦੇਖਦਾ ਹੈ ਤਾਂ ਉਸ ਵਿੱਚ ਪ੍ਰੀਤ ਜਜ਼ਬਾ ਜਾਗ ਉੱਠਦਾ ਹੈ। ਯਾਨੀ ਜਦੋਂ ਕੋਈ ਸੁੰਦਰ ਦ੍ਰਿਸ਼ ਦੇਖੇਗਾ ਤਾਂ ਉਹਦੇ ਅੰਦਰ ਇੱਕ ਜਜ਼ਬਾ ਜਾਗੇਗਾ, ਇੱਕ ਉਸ ਦੇ ਮਨ ਦੇ ਭਾਵ ਇਸ ਤਰੀਕੇ ਨਾਲ ਜਾਗਣਗੇ ਕਿ ਉਹ ਉਸ ਵਹਿਣ ਦੇ ਅੰਦਰ ਵਹਿਣ ਲੱਗੇਗਾ। ਅਜਿਹੇ ਜਾਗਰਤ ਜਜ਼ਬਿਆਂ ਤੇ ਭਾਵਾਂ ਦੇ ਅਧੀਨ ਹੀ ਕਵੀ ਸ਼ਬਦਾਂ ਨੂੰ ਬਲਦਾ, ਜੋੜਦਾ ਤੇ ਵਿਆਉਂਦਾ ਹੈ। ਯਾਨੀ ਕਵੀ ਇਹਨਾਂ ਜਜ਼ਬਿਆਂ ਤੇ ਭਾਵਾਂ ਨੂੰ ਹੀ ਧਿਆਨ 'ਚ ਰੱਖਦੇ ਹੋਏ, ਯਾਨੀ ਜਜ਼ਬੇ ਉਸ ਦੇ ਕਿਸ ਪ੍ਰਕਾਰ ਦੇ ਨੇ, ਭਾਵ ਕਿਸ ਪ੍ਰਕਾਰ ਦੇ ਨੇ, ਉਹਨਾਂ ਦੇ ਅਧੀਨ ਆਪਣੇ ਸ਼ਬਦ ਚੋਣ ਕਰਦਾ ਹੋਇਆ ਕਵਿਤਾ ਦੀ ਸਿਰਜਣਾ ਕਰਦਾ ਹੈ।
ਅਤੇ ਉਹ ਕਵਿਤਾ ਬਣ ਨਿਬੜਦੇ ਨੇ। ਫਿਰ ਇਸ ਤਰੀਕੇ ਨਾਲ ਜਿਹੜੇ ਉਹ ਸ਼ਬਦ ਹੁੰਦੇ ਨੇ ਉਹ ਜਿਸ ਦਾ ਰੂਪ ਧਾਰਨ ਕਰ ਲੈਂਦੇ ਨੇ ਉਹਨੂੰ ਆਪਾਂ ਕੀ ਕਹਿੰਦੇ ਹਾਂ, ਉਸ ਨੂੰ ਕਵਿਤਾ ਕਹਿ ਦਿੰਦੇ ਹਾਂ। ਇਸ ਲਈ ਇਹ ਸਹੀ ਹੈ ਕਿ ਮਨੋਭਾਵਾਂ ਦੀ ਹੋਂਦ ਤੋਂ ਬਿਨਾਂ ਕਵਿਤਾ ਫੁਰ ਹੀ ਨਹੀਂ ਸਕਦੀ। ਤਾਂ ਇਹ ਗੱਲ ਤਾਂ ਆਪਾਂ ਬਹੁਤ ਵਾਰ ਪੜ੍ਹ ਚੁੱਕੇ ਹਾਂ ਕਿ ਕਵਿਤਾ ਦੀ ਜਿਹੜੀ ਸਿਰਜਣਾ ਹੈ ਉਹ ਕਿਤੇ ਨਾ ਕਿਤੇ ਸਾਡੇ ਮਨ ਨੂੰ ਟੁੰਬਣ ਦੇ ਨਾਲ ਹੈ। ਇਹ ਕੋਈ ਬਾਹਰੀ ਕੋਈ ਅੱਖਰਾਂ ਦੀ ਬਣਤਰ ਨਹੀਂ ਹੈ। ਕਵਿਤਾ ਹੈ ਜੋ ਉਸ ਦਾ ਜਿਹੜਾ ਆਪਣੇ ਸਿਲੇਬਸ ਦੇ ਅੰਦਰ ਵੀ ਜੋ ਪੁਆਇੰਟ ਦਿੱਤੇ ਗਏ ਨੇ ਤਾਂ ਬਾਹਰੀ ਬਣਤਰ ਦੇ ਬਾਰੇ ਨਹੀਂ ਦਿੱਤੇ ਗਏ। ਕਵਿਤਾ ਦੀ ਸੂਝ ਸੁੰਦਰਤਾ ਦੇ ਬਾਰੇ ਦਿੱਤੇ ਗਏ ਨੇ, ਉਸ ਦੀ ਭਾਵ ਸੁੰਦਰਤਾ ਦੇ ਬਾਰੇ ਦਿੱਤੇ ਗਏ ਨੇ, ਉਸ ਦੀ ਸਿੱਖਿਆ ਦੇ ਬਾਰੇ ਦਿੱਤੇ ਗਏ ਨੇ, ਲੈ ਤਾਲ ਦੇ ਬਾਰੇ ਦਿੱਤੇ ਗਏ ਨੇ। ਅਤੇ ਇਹ ਸਾਰੀਆਂ ਗੱਲਾਂ ਦਾ ਅਸਰ ਹੈ ਸਾਡੇ ਮਨ ਦੇ ਉੱਪਰ ਪੈਂਦਾ ਹੈ, ਮਨ ਨੂੰ ਚੰਗੇ ਲੱਗਦੇ ਨੇ, ਮਨ ਖੁਸ਼ ਹੋ ਜਾਂਦਾ। ਇਸ ਪ੍ਰਕਾਰ ਦੇ ਨਾਲ ਇਹ ਕਵਿਤਾ ਦੇ ਪੁਆਇੰਟ ਇਹ ਕਵਿਤਾ ਨੂੰ ਜੋੜਦੇ ਨੇ ਅਤੇ ਉਸਾਰਦੇ ਨੇ। ਜਦੋਂ ਇਹ ਮਨੋਭਾਵ ਪ੍ਰਬਲ ਹੋ ਕੇ ਸਾਰਿਆਂ ਲਈ ਸਾਂਝੇ ਪਰਿਪੱਕ ਹੋ ਜਾਂਦੇ ਹਨ ਤਾਂ ਇਹ ਰਸ ਬਣ ਜਾਂਦੇ ਨੇ, ਜਿਵੇਂ ਸ਼ਿੰਗਾਰ ਰਸ, ਬੀਰ ਰਸ, ਕਰੂਣ ਰਸ, ਅਦਭੁਤ ਰਸ। ਇਹ ਰਸ ਆਪ ਨੂੰ ਪਹਿਲੇ ਪੜ੍ਹਾਏ ਨੇ ਅਤੇ ਆਪਦੇ ਸਿਲੇਬਸ ਦੇ ਅੰਦਰ ਵੀ ਹੈ। ਇੱਕ ਗੱਲ ਮੈਂ ਸਾਫ਼ ਤੌਰ 'ਤੇ ਦੱਸਣੀ ਚਾਹਾਂਗਾ ਕਿ ਰਸ ਆਪ ਨੂੰ ਇੱਕ ਤਾਂ ਪੁਆਇੰਟ ਦੇ ਅੰਦਰ ਮਿਲਣ ਜਾ ਰਹੇ ਨੇ, ਜਿੱਥੇ 9 ਦੇ 9 ਰਸ ਸਿਲੇਬਸ ਦੇ ਅੰਦਰ ਜੋੜੇ ਗਏ ਨੇ, ਉੱਥੇ ਤਾਂ ਆਪ ਨੂੰ ਇਹ ਰਸ 9 ਰਸਾਂ ਦੇ ਅੰਦਰੋਂ ਕੋਈ ਵੀ ਪੁੱਛ ਸਕਦਾ ਹੈ। ਪਰ ਇਸ ਕਵਿਤਾ ਦੇ ਅੰਦਰ ਜੋ ਰਸ ਪੁੱਛ ਸਕਦਾ ਹੈ ਉਹ ਕਵਿਤਾ ਦੇ ਤੱਤ ਦੇ ਨਜ਼ਰੀਏ ਤੋਂ ਪੁੱਛ ਸਕਦਾ ਹੈ। ਉਹਦਾ ਕੋਈ ਰਸ ਹੋ ਸਕਦਾ, ਉਹ ਉਸ ਜਿਹੜਾ ਕਾਵੀ ਟੋਟਾ ਦੇਗਾ ਉਸ ਦੇ ਰਸ ਦੇ ਬਾਰੇ ਪੁੱਛ ਸਕਦਾ ਹੈ। ਫਿਰ ਇਸ ਤੋਂ ਬਾਅਦ 'ਚ ਆਪਾਂ ਇਸ ਦੇ ਬਾਰੇ ਦੇਖਾਂਗੇ ਜੋ ਕਿ ਕਵਿਤਾ ਦੇ ਭਾਵਾਂ ਦੇ ਬਾਰੇ ਹੈ। ਇਹ ਗੱਲ ਨਿਰਸੰਦੇਹ ਕਵਿਤਾ ਵਿੱਚ ਭਾਵਾਂ ਦੀ ਹੋਂਦ ਹੋਣੀ ਬਹੁਤ ਜ਼ਰੂਰੀ ਹੈ। ਯਾਨੀ ਬਿਨਾਂ ਕਿਸੇ ਸ਼ੱਕ ਤੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਕਵਿਤਾ ਦੇ ਅੰਦਰ ਭਾਵ ਬਹੁਤ ਜ਼ਰੂਰੀ ਨੇ। ਜੇਕਰ ਕਵਿਤਾ ਦੇ ਅੰਦਰ ਭਾਵ ਨਹੀਂ ਹੈ ਤਾਂ ਇਹ ਮੰਨੋ ਕਿ ਕਵਿਤਾ ਅਸਲੀ ਹੋਂਦ ਦੇ ਅੰਦਰ ਨਹੀਂ ਹੈ, ਉਸ ਦਾ ਕੋਈ ਵਜੂਦ ਨਹੀਂ ਹੈ, ਕਿਉਂਕਿ ਕਵਿਤਾ ਦਾ ਸੰਬੰਧ ਭਾਵਾਂ ਅਤੇ ਖਿਆਲਾਂ ਨਾਲ ਹੀ ਜੁੜਿਆ ਜਾਂਦਾ ਹੈ। ਰੋਮਾਂਸਵਾਦੀ ਕਵੀ ਅਤੇ ਆਲੋਚਕ ਭਾਵ ਤੱਤ ਨੂੰ ਕਵਿਤਾ ਦਾ ਪਰਮ ਆਵਸ਼ਕ ਤੱਤ ਮੰਨਦੇ ਨੇ। ਕੌਣ ਮੰਨਦੇ ਨੇ? ਇੱਕ ਤਾਂ ਰੋਮਾਂਸਵਾਦੀ ਕਵੀ ਨੇ ਅਤੇ ਦੂਜੇ ਆਲੋਚਕ ਨੇ। ਇਹ ਦੋਨਾਂ ਨੇ ਕਵਿਤਾ ਦਾ ਜਿਹੜਾ ਸਭ ਤੋਂ ਜ਼ਰੂਰੀ ਤੱਤ ਮੰਨਿਆ ਉਹ ਭਾਵ ਹੀ ਮੰਨਿਆ ਹੈ। ਅੰਗਰੇਜ਼ੀ ਕਵੀ ਸਪੈਂਸਰ ਨੇ ਤਾਂ ਕਵਿਤਾ ਨੂੰ ਭਾਵਾਂ ਜਜ਼ਬਿਆਂ ਦੀ ਬੋਲੀ ਮੰਨਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਕਵਿਤਾ ਅਸਲ ਵਿੱਚ ਆਕਰਸ਼ਕ ਭਾਵਾਂ ਦੀ ਭਾਸ਼ਾ ਵਿੱਚ ਪੇਸ਼ ਕਰਨ ਦਾ ਹੀ ਨਾਂ ਹੈ। ਇਹ ਗੱਲ ਕਿਹਨੇ ਕਹੀ? ਇਹ ਇੱਕ ਅੰਗਰੇਜ਼ ਕਵੀ ਹੈ ਸਪੈਂਸਰ, ਉਸ ਨੇ ਕਹੀ ਹੈ। ਉਹ ਕਹਿੰਦਾ ਹੈ ਕਿ ਜਿਹੜੇ ਕਵਿਤਾ ਦੇ ਭਾਵ ਜਾਂ ਫਿਰ ਜਜ਼ਬੇ ਹੁੰਦੇ ਨੇ ਉਹਨਾਂ ਦੀ ਬੋਲੀ ਨੂੰ ਉਹ ਸਵੀਕਾਰ ਕਰਦਾ ਹੋਇਆ ਕਹਿੰਦਾ ਕਿ ਇਹ ਜਿਹੜੇ ਜਜ਼ਬੇ ਹੁੰਦੇ ਨੇ ਅਸਲ ਦੇ ਅੰਦਰ ਇੰਨੇ ਸਾਨੂੰ ਟੁੰਬਣ ਵਾਲੇ ਹੁੰਦੇ ਨੇ, ਇਹਨਾਂ ਦੀ ਜਿਹੜੀ ਭਾਸ਼ਾ ਹੈ ਪੇਸ਼ ਕਰਨ ਦਾ ਜਿਹੜਾ ਤਰੀਕਾ ਹੈ ਉਹੀ ਆਪਣੇ ਆਪ ਦੇ ਅੰਦਰ ਇੱਕ ਭਾਸ਼ਾ ਵਿੱਚ ਪੇਸ਼ ਹੋ ਨਿਬੜਦਾ ਹੈ। ਇਉਂ ਕਵਿਤਾ ਵਿੱਚ ਭਾਵਾਂ ਦੇ ਮਹੱਤਵ ਬਾਰੇ ਭਾਰਤੀ ਅਤੇ ਪੱਛਮੀ ਵਿਦਵਾਨ ਇੱਕ ਮਤ ਹਨ। ਯਾਨੀ ਇਸ ਟੌਪਿਕ ਦੇ ਉੱਪਰ ਅਸੀਂ ਕਹਿ ਸਕਦੇ ਹਾਂ, ਚਾਹੇ ਉਹ ਭਾਰਤੀ ਭਾਸ਼ਾ ਵਿਦਵਾਨ ਹੋਣ ਜਾਂ ਫਿਰ ਪੱਛਮੀ ਭਾਸ਼ਾ ਦੇ ਵਿਦਵਾਨ ਹੋਣ, ਉਹ ਇਸ ਗੱਲ ਨੂੰ ਸਵੀਕਾਰ ਕਰਦੇ ਨੇ ਕਿ ਜਿਹੜੀ ਕਵਿਤਾ ਹੈ ਕਵਿਤਾ ਦੇ ਅੰਦਰ ਭਾਵ ਤੱਤ ਦਾ ਹੋਣਾ ਲਾਜ਼ਮੀ ਹੈ। ਇਹ ਭਾਰਤੀ ਵਿਦਵਾਨ ਵੀ ਮੰਨਦੇ ਨੇ ਅਤੇ ਇਹ ਪੱਛਮ ਦੇ ਵਿਦਵਾਨ ਵੀ ਮੰਨਦੇ ਨੇ। ਹਾਲਾਂਕਿ ਦੂਜੇ ਸਾਹਿਤ ਰੂਪਾਂ ਸੰਬੰਧੀ ਉਹਨਾਂ ਦੇ ਕਈ ਜਗ੍ਹਾ ਵਿਰੋਧ ਭਾਸ਼ੀ ਵਿਚਾਰ ਆਪਾਂ ਨੂੰ ਦੇਖਣ ਨੂੰ ਪੜ੍ਹਨ ਨੂੰ ਮਿਲਦੇ ਨੇ, ਉਹ ਵੱਖਰੀ ਗੱਲ ਹੈ। ਪਰ ਕਵਿਤਾ ਦੇ ਇਸ ਤੱਤ ਦੇ ਬਾਰੇ ਇਹ ਦੋਨੋਂ ਵਿਦਵਾਨ ਨੇ, ਜਿਹੜੇ ਦੋਨੋਂ ਥਾਵਾਂ ਦੇ ਵਿਦਵਾਨ ਨੇ, ਉਹ ਇੱਕ ਗੱਲ 'ਤੇ ਸਹਿਮਤ ਨਜ਼ਰ ਆਉਂਦੇ ਨੇ। ਤਾਂ ਇਹ ਸੀ ਸਾਥੀਓ ਕਵਿਤਾ ਦੇ ਅੰਦਰ ਇੱਕ ਭਾਵ ਤੱਤ ਆਪਣਾ, ਯਾਨੀ ਭਾਵ ਕੀ ਹੋਣਾ ਚਾਹੀਦਾ ਹੈ। ਹੁਣ ਉਸ ਤੋਂ ਬਾਅਦ ਜਿਹੜੀ ਅਹਿਮ ਗੱਲ ਆ ਜਾਂਦੀ ਹੈ ਉਹ ਆ ਜਾਂਦੀ ਹੈ ਬਿੰਬ ਅਤੇ ਬਿੰਬਾਵਲੀ। ਇਹ ਵੀ ਕਵਿਤਾ ਦਾ ਇੱਕ ਜ਼ਰੂਰੀ ਤੱਤ ਮੰਨਿਆ ਗਿਆ ਹੈ। ਬਿੰਬ ਅਤੇ ਬਿੰਬਾਵਲੀ ਹੈ ਜਿਹੜੀ ਕਵਿਤਾ ਨੂੰ ਹੋਰ ਸੁੰਦਰਤਾ ਬਖਸ਼ਦੀ ਹੈ। ਬਿੰਬ ਕਵਿਤਾ ਦਾ ਇੱਕ ਉਸਾਰੂ ਤੱਤ ਹੈ। ਉਸਾਰੂ ਤੱਤ ਯਾਨੀ ਕਵਿਤਾ ਦੀ ਸਿਰਜਣਾ ਨੂੰ ਹੋਰ ਸੋਹਣਾ ਬਣਾਉਣ ਦੇ ਲਈ ਇੱਕ ਬਿੰਬ ਅਤੇ ਬਿੰਬਾਵਲੀ ਦੀ ਕਵੀ ਹੈ ਜਿਹੜਾ ਆਪਣੀ ਕਵਿਤਾ ਦੇ ਅੰਦਰ ਵਰਤੋਂ ਕਰਦਾ ਹੈ। ਮੋਟੇ ਤੌਰ 'ਤੇ ਬਿੰਬ ਕਿਸੇ ਕਵਿਤਾ ਦੇ ਸ਼ਬਦ ਚਿੱਤਰ ਨੇ। ਯਾਨੀ ਅਗਰ ਅਸੀਂ ਸੌਖੇ ਸ਼ਬਦਾਂ 'ਚ ਇਸ ਨੂੰ ਸਮਝਣਾ ਚਾਹੀਏ ਤਾਂ ਅਸਲ ਦੇ ਅੰਦਰ ਬਿੰਬ ਕੀ ਹੁੰਦੇ ਨੇ, ਇਹਨਾਂ ਨੂੰ ਅਸੀਂ ਸ਼ਬਦ ਚਿੱਤਰ ਕਹਿ ਸਕਦੇ ਹਾਂ। ਸ਼ਬਦ ਚਿੱਤਰ ਹੁਣ ਕਿਵੇਂ ਹੋਏ? ਜਿਵੇਂ ਕਿ ਕਵੀ ਨੇ ਕੋਈ ਸ਼ਬਦ ਨੇ ਜਿਹੜੇ ਆਪਣੀ ਕਵਿਤਾ ਦੇ ਅੰਦਰ ਵਰਤੇ ਨੇ ਅਤੇ ਉਹ ਪੜ੍ਹਨ ਸਾਰ ਜਾਂ ਸੁਣਨ ਸਾਰ
ਅਸੀਂ ਉਹ ਜਿਵੇਂ ਹੀ ਸ਼ਬਦ ਸਾਡੇ ਕੰਨਾਂ ਤੱਕ ਉਹਨਾਂ ਦੀ ਧੁਨੀਆਂ ਪਹੁੰਚਦੀਆਂ ਨੇ ਜਾਂ ਫਿਰ ਅਸੀਂ ਪੜ੍ਹਦੇ ਹਾਂ, ਸਾਨੂੰ ਜਿਵੇਂ ਹੀ ਉਸ ਦਾ ਖਿਆਲ ਆਉਂਦਾ ਹੈ ਤਾਂ ਸਾਡਾ ਜਿਹੜਾ ਮਨ ਹੈ ਉਸ ਭਾਵ ਦੇ ਅੰਦਰ, ਉਸ ਵਹਿਣ ਦੇ ਅੰਦਰ ਵਹਿਣ ਲੱਗਦਾ ਹੈ। ਦਿਮਾਗ ਦੇ ਅੰਦਰ ਇੱਕ ਚਿੱਤਰ ਜਿਹਾ ਛਪ ਜਾਂਦਾ ਹੈ, ਉਹ ਸਾਰੀ ਆਕ੍ਰਿਤੀ ਸਾਡੀ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ। ਕਵੀ ਆਪਣੀ ਕਵਿਤਾ ਵਿੱਚ ਆਪਣੀ ਬੋਲੀ ਤੇ ਸ਼ਬਦਾਂ ਨਾਲ ਕਿਸੇ ਵਸਤੂ ਦਾ ਇਸ ਤਰ੍ਹਾਂ ਵਰਣਨ ਕਰਦਾ ਹੈ ਕਿ ਪਾਠਕ ਦੇ ਦਿਮਾਗ ਵਿੱਚ ਉਸ ਵਸਤੂ ਦੀ ਇੱਕ ਤਸਵੀਰ ਜਿਹੀ ਉੱਭਰ ਜਾਂਦੀ ਹੈ। ਯਾਨੀ ਆਪਾਂ ਇਹ ਕਹਾਂਗੇ ਕਿ ਐਸੇ ਲਈ ਤਾਂ ਮੈਂ ਇਸ ਤੋਂ ਪਹਿਲੇ ਵੀ ਕਿਹਾ ਸੀ ਕਿ ਕਵਿਤਾ ਦਾ ਸੰਬੰਧ ਜੋ ਆਪਦੇ ਸਿਲੇਬਸ ਦੇ ਅੰਦਰ ਵੀ ਦਿੱਤਾ ਗਿਆ ਹੈ ਉਹ ਭਾਵਾਂ ਨਾਲ ਹੈ, ਇਸ ਦੀ ਕਵਿਤਾ ਦੀ ਬਣਤਰ ਨਾਲ ਨਹੀਂ ਹੈ। ਕਵਿਤਾ ਹੈ ਜਿਹੜਾ ਸਾਥੀਓ, ਕਵਿਤਾ ਨੋਟ ਕਰਨਾ, ਕਵਿਤਾ ਦੇ ਭਾਵ ਦੇ ਨਾਲ ਹੈ, ਕਵਿਤਾ ਦੀ ਸ਼ੈਲੀ ਦੇ ਨਾਲ, ਇਸ ਦੇ ਸੁਰ ਦੇ ਨਾਲ, ਇਸ ਦੀ ਸਿੱਖਿਆ ਦੇ ਨਾਲ, ਇਸ ਦੇ ਵਿਚਾਰ ਦੇ ਨਾਲ ਹੈ, ਕਾਵੀ ਭਾਸ਼ਾ ਦੇ ਨਾਲ, ਇਹਨਾਂ ਦੇ ਨਾਲ ਇਸ ਦਾ ਸੰਬੰਧ ਹੈ। ਇਹੋ ਤਸਵੀਰ ਬਿੰਬ ਹੈ, ਪਰ ਬਿੰਬ ਇਸ ਤੋਂ ਵੀ ਅੱਗੇ ਜਾਂਦਾ ਹੈ। ਯਾਨੀ ਇਸ ਤਸਵੀਰ ਨੂੰ ਆਪਾਂ ਜਿਹੜਾ ਨਾਮ ਦਿੱਤਾ ਹੈ ਵਿਦਵਾਨਾਂ ਨੇ, ਉਹ ਬਿੰਬ ਦਾ ਨਾਮ ਦਿੱਤਾ ਹੈ, ਪਰ ਅਸਲ ਦੇ ਅੰਦਰ ਬਿੰਬ ਇੰਨਾ ਹੀ ਨਹੀਂ ਹੈ, ਬਿੰਬ ਇਸ ਤੋਂ ਅੱਗੇ ਵੀ ਹੈ। ਜਿਹੜੀ ਤਸਵੀਰ ਕਵੀ ਨੇ ਆਪਣੇ ਦਿਮਾਗ ਵਿੱਚ ਬਣਾਈ ਹੈ, ਉਸੇ ਤਰ੍ਹਾਂ ਦੀ ਤਸਵੀਰ ਕਵਿਤਾ ਦੇ ਰਾਹੀਂ ਉਹ ਪਾਠਕਾਂ ਤੇ ਸਰੋਤਿਆਂ ਦੇ ਮਨਾਂ ਵਿੱਚ ਉਜਾਗਰ ਕਰਦਾ ਹੈ। ਹੁਣ ਹੁੰਦਾ ਇਹ ਹੈ ਕਿ ਕਵਿਤਾ ਇੱਕ ਸ਼ਬਦ ਦੀ ਇੱਕ ਰਚਨਾ ਹੁੰਦੀ ਹੈ ਜਿਹੜੀ ਕਵੀ ਰਚਦਾ ਹੈ। ਉਸ ਸ਼ਬਦਾਂ ਦੀ ਜਿਹੜੀ ਰਚਨਾ ਨੂੰ, ਜਿਸ ਨੂੰ ਕਵੀ ਨੇ ਰਚਿਆ ਹੈ, ਰਚਨ ਵੇਲੇ ਉਸਦੇ ਜਿਹੜੇ ਭਾਵ ਸਨ, ਜਿਹੜੇ ਉਸਦੇ ਖਿਆਲ ਸਨ, ਉਹ ਜਿਸ ਪ੍ਰਕਾਰ ਦੀ ਸ਼ਬਦ ਚੋਣ ਦੇ ਰਾਹੀਂ ਉਹਨਾਂ ਨੇ ਉਹ ਬਿੰਬਾਂ ਨੂੰ ਆਪਣੀ ਕਵਿਤਾ ਦੇ ਅੰਦਰ ਸ਼ਾਮਿਲ ਕੀਤਾ, ਸੇਮ ਉਹੀ ਖਿਆਲ ਤੇ ਭਾਵ ਜਿਹੜੇ ਉਹ ਬਿੰਬ ਨੇ, ਜਿਹੜੇ ਉਹ ਪਾਠਕ ਦੇ, ਸਰੋਤੇ ਦੇ ਜਾਂ ਉਹਨਾਂ ਦੇ ਜਦੋਂ ਦਿਮਾਗ ਦੇ ਉੱਪਰ ਛਪਦੇ ਨੇ ਤਾਂ ਫਿਰ ਉਹ ਅਸਲ ਦੇ ਅੰਦਰ ਬਿੰਬ ਅਖਵਾਉਣਗੇ। ਕਿਉਂਕਿ ਜਿਹੜੀ ਚਿੱਤਰ ਉਸਨੇ ਆਪਣੇ ਦਿਮਾਗ ਦੇ ਅੰਦਰ ਛਾਪਿਆ ਤਾਂ ਉਹੀ ਸੁਣਨ ਵਾਲੇ ਦੇ ਜਾਂ ਫਿਰ ਪੜ੍ਹਨ, ਜੋ ਕਵਿਤਾ ਨੂੰ ਸੁਣ ਰਿਹਾ ਜਾਂ ਫਿਰ ਜੋ ਪੜ੍ਹ ਰਿਹਾ, ਉਸ ਦੇ ਦਿਮਾਗ ਦੇ ਉੱਪਰ ਛਪ ਜਾਣ ਤਾਂ ਉਹਨਾਂ ਨੂੰ ਅਸੀਂ ਬਿੰਬ ਦਾ ਨਾਮ ਦਿੰਦੇ। ਉਹ ਸ਼ਬਦ ਹੁੰਦੇ ਨੇ ਅਸਲ ਦੇ ਅੰਦਰ, ਜੋ ਕਿ ਇੱਕ ਚਿੱਤਰ, ਇੱਕ ਡਾਇਗਰਾਮ, ਇੱਕ ਸਟੋਰੀ ਸਾਡੇ ਦਿਮਾਗ ਦੇ ਅੰਦਰ ਉਸ ਕਵਿਤਾ ਦੇ ਬਾਰੇ ਫਿੱਟ ਕਰ ਜਾਂਦੇ ਨੇ, ਤਾਂ ਹੀ ਉਹ ਅਸਲੀ ਬਿੰਬ ਬਣਦੇ ਹਨ। ਜਿਵੇਂ ਇੱਕ ਚਿੱਤਰਕਾਰ ਲਕੀਰਾਂ ਤੇ ਰੰਗਾਂ ਨਾਲ ਚਿੱਤਰ ਬਣਾਉਂਦਾ ਹੈ, ਉਸੇ ਤਰ੍ਹਾਂ ਕਵੀ ਸ਼ਬਦਾਂ, ਧੁਨੀਆਂ ਤੇ ਬੋਲਾਂ ਨਾਲ ਚਿੱਤਰ ਤਿਆਰ ਕਰਦਾ ਹੈ। ਭਾਈ ਵੀਰ ਸਿੰਘ ਦੀ ਇੱਕ ਨਿੱਕੀ ਜਿਹੀ ਕਵਿਤਾ, ਹੁਣ ਇਹ ਭਾਈ ਵੀਰ ਸਿੰਘ ਦੀ ਨਿੱਕੀ ਜਿਹੀ ਕਵਿਤਾ ਦੇ ਰਾਹੀਂ ਆਪਾਂ ਇੱਕ ਇਹ ਜਿਹੜਾ ਬਿੰਬਾਵਲੀ ਹੈ ਉਸ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਬਿੰਬ ਦੇਖਾਂਗੇ ਕਿ ਇਸ ਦੇ ਅੰਦਰ ਕਿਸ ਤਰੀਕੇ ਦੇ ਨਾਲ ਹੈ। ਧੋਬੀ ਕੱਪੜੇ ਧੋਂਦਿਆ ਵੀਰਾ ਹੋ ਹੁਸ਼ਿਆਰ, ਪਿਛਲੇ ਪਾਸੇ ਆ ਰਿਹਾ ਮੂੰਹ ਅੱਡੀ ਸੰਸਾਰ। ਤਾਂ ਇਸ ਦੇ ਅੰਦਰ ਆਪ ਨੂੰ ਜਿਹੜਾ ਕੱਪੜੇ ਧੋ ਰਿਹਾ ਧੋਬੀ ਹੈ ਉਸ ਦਾ ਬਿੰਬ ਹੈ ਜਿਹੜਾ, ਅਤੇ ਮੂੰਹ ਅੱਡੇ ਹੋਏ ਸੰਸਾਰ ਦਾ ਬਿੰਬ ਆਪ ਨੂੰ ਦਿਖਾਈ ਦੇ ਰਿਹਾ। ਮੂੰਹ ਅੱਡੇ ਹੋਏ ਸੰਸਾਰ ਯਾਨੀ ਕੀ ਹੁੰਦਾ ਹੈ? ਮਗਰਮੱਛ। ਦੂਸਰੇ ਪਾਸੇ ਕੌਣ ਹੈ? ਧੋਬੀ ਕੱਪੜੇ ਧੋ ਰਿਹਾ। ਤਾਂ ਇਹ ਜਿਹੜੇ ਦ੍ਰਿਸ਼ ਨੇ ਇਹ ਕਿਸ ਪ੍ਰਕਾਰ ਦੇ ਚਿੱਤਰ ਤੁਹਾਡੇ ਦਿਮਾਗ ਦੇ ਅੰਦਰ ਪੇਸ਼ ਕਰ ਰਹੇ ਨੇ? ਇਹ ਪੜ੍ਹਦੇ ਸਾਰ ਜਾਂ ਫਿਰ ਸੁਣਦੇ ਸਾਰ ਆਪਾਂ ਨੂੰ ਤੁਰੰਤ ਪਤਾ ਚੱਲ ਜਾਂਦਾ ਹੈ ਕਿ ਇਹ ਕਿਸ ਪ੍ਰਕਾਰ ਦੇ ਹਾਲਾਤ ਸੀ, ਕਿਸ ਪ੍ਰਕਾਰ ਦਾ ਵਰਣਨ ਸੀ। ਤਾਂ ਉਹ ਸਾਰਾ ਦਾ ਸਾਰਾ ਘਟਨਾਕ੍ਰਮ ਪੈਦਾ ਕਰਨ ਵਾਲੇ ਜਿਹੜੇ ਸ਼ਬਦ ਰਹੇ ਉਹਨਾਂ ਨੂੰ ਆਪਾਂ ਬਿੰਬ ਦਾ ਨਾਮ ਦਿੱਤਾ। ਇਹਨਾਂ ਦੇ ਪਿੱਛੇ ਅਧਿਆਤਮਿਕ ਅਰਥ ਹਨ। ਯਾਨੀ ਇਹ ਗੱਲ ਇੰਪੋਰਟੈਂਟ ਆ ਗਈ, ਅਤੇ ਮੈਂ ਬਾਰ-ਬਾਰ ਆਪਣੇ ਇਸ ਲੈਕਚਰ ਦੇ ਅੰਦਰ ਆਪ ਦੇ ਨਾਲ ਇਹ ਵਿਚਾਰ ਸਾਂਝਾ ਕੀਤਾ ਕਿ ਕਵਿਤਾ ਦਾ ਸੰਬੰਧ ਭਾਵਾਂ, ਖਿਆਲਾਂ, ਜਜ਼ਬਿਆਂ ਨਾਲ ਹੈ, ਇਸ ਦੇ ਅਰਥ ਨਾਲ ਨਹੀਂ। ਕਵਿਤਾ ਕਦੇ ਵੀ ਅਰਥ ਪੇਸ਼ ਕਰਨ ਵਾਲੀ ਨਹੀਂ ਹੁੰਦੀ, ਸਗੋਂ ਕਿ ਉਹ ਗਾਈ ਜਾਣ ਵਾਲੀ ਹੁੰਦੀ ਹੈ, ਉਹ ਆਨੰਦ ਮਾਣਨ ਵਾਲੀ ਹੁੰਦੀ ਹੈ, ਉਹ ਸਾਡੇ ਮਨ ਨੂੰ ਟੁੰਬਣ ਵਾਲੀ ਹੁੰਦੀ ਹੈ, ਉਹ ਮਨ ਦੀ ਸੁੰਦਰਤਾ ਜਗਾਉਣ ਵਾਲੀ ਹੁੰਦੀ ਹੈ, ਸਾਨੂੰ ਰਸ ਪ੍ਰਦਾਨ ਕਰਨ ਵਾਲੀ ਹੁੰਦੀ ਹੈ, ਇੱਥੋਂ ਤੱਕ ਕਿ ਉਹ ਸਾਡੇ ਜਜ਼ਬੇ ਅਤੇ ਖਿਆਲ ਨੂੰ ਵੀ ਤਿੱਖਾ ਕਰਦੀ ਹੈ। ਇਸ ਤਰ੍ਹਾਂ ਬਿੰਬ ਕਈ ਤਰ੍ਹਾਂ ਦੇ ਹੋ ਨਿਬੜਦੇ ਨੇ, ਜਿਵੇਂ ਕਿ ਰੂਪ ਬਿੰਬ, ਨਾਦ ਬਿੰਬ, ਛੂ ਬਿੰਬ। ਇਹ ਅੱਗੇ 3 ਹਿੱਸਿਆਂ 'ਚ ਇਹਨਾਂ ਨੇ ਡਿਵਾਈਡ ਕਰਤੇ, ਰੂਪ ਬਿੰਬ, ਨਾਦ ਬਿੰਬ ਅਤੇ ਛੂ ਬਿੰਬ। ਤੁਹਾਨੂੰ ਜੇਕਰ ਬਿੰਬ ਦਾ ਹੀ ਪਤਾ ਚੱਲ ਗਿਆ, ਯਾਨੀ ਉਹ ਸ਼ਬਦ ਚਿੱਤਰ ਜਿਹੜੇ ਸਾਡੇ ਦਿਮਾਗ ਦੇ ਉੱਪਰ ਕੋਈ ਅਹਿਮ ਛਾਪ ਛੱਡ ਜਾਂਦੇ ਨੇ ਅਤੇ ਸਾਡੇ ਦਿਮਾਗ ਦੇ ਅੰਦਰ ਉਸ ਬਾਰੇ ਕੋਈ ਕਹਾਣੀ ਜੀ, ਕਲਪਿਤ ਕਹਾਣੀ ਜੀ ਇੱਕ ਪੈਦਾ ਹੋ ਜਾਂਦੀ ਹੈ। ਕਿਸੇ ਆਲੋਚਕ ਨੇ ਠੀਕ ਹੀ ਕਿਹਾ ਕਿ ਹਰ ਕਵਿਤਾ ਇੱਕ ਬੋਲਦੀ ਤਸਵੀਰ ਯਾਨੀ ਸਪੀਕਿੰਗ ਪਿਕਚਰ ਕਹਿ ਸਕਦੇ ਹਾਂ ਅਸੀਂ, ਅਤੇ ਹਰ ਤਸਵੀਰ ਇੱਕ ਅਣਬੋਲਤ ਕਵਿਤਾ ਹੈ।
ਇਹ ਕਿਸੇ ਵਿਦਵਾਨ ਦੇ ਸ਼ਬਦ ਨੇ ਕਿ ਵਿਦਵਾਨ ਨੇ ਇਹ ਗੱਲ ਬਹੁਤ ਵਧੀਆ ਕਹੀ ਹੈ ਕਿ ਕਵਿਤਾ ਹੁੰਦੀ ਹੈ ਜਿਹੜੀ ਉਹ ਇੱਕ ਬੋਲਦੀ ਤਸਵੀਰ ਹੁੰਦੀ ਹੈ। ਯਾਨੀ ਕਵਿਤਾ ਦੇ ਜਿਹੜੇ ਸ਼ਬਦ ਹੁੰਦੇ ਨੇ ਉਹ ਸ਼ਬਦ ਸਾਡੇ ਦਿਮਾਗ 'ਤੇ ਇੱਕ ਚਿੱਤਰ ਬਣਾ ਜਾਂਦੇ ਨੇ, ਅਤੇ ਜਦੋਂ ਕਿ ਤਸਵੀਰ ਹੁੰਦੀ ਹੈ ਜਿਹੜੀ ਇੱਕ ਚਿੱਤਰ ਹੁੰਦਾ ਹੈ ਉਹ ਅਣਬੋਲਤ ਕਵਿਤਾ ਹੁੰਦੀ ਹੈ। ਪ੍ਰਸਿੱਧ ਕਵੀ ਵਰਡਸਵਰਥ ਕਵਿਤਾ ਨੂੰ ਮਨੁੱਖ ਤੇ ਪ੍ਰਕਿਰਤੀ ਦਾ ਬਿੰਬ ਮੰਨਦਾ ਹੈ। ਇਹ ਵਿਦਵਾਨ ਦਾ ਇੱਕ ਕਹਿਣਾ ਹੈ। ਵਿਦਵਾਨ ਦੀਆਂ ਬਹੁਤ ਸਾਰੀਆਂ ਡੈਫੀਨੇਸ਼ਨਾਂ ਇਸ ਦੇ ਅੰਦਰ ਆਈਆਂ ਹੋਈਆਂ ਨੇ। ਸੰਭਾਵਨਾ ਨਹੀਂ ਹੈ, ਪਰ ਫਿਰ ਵੀ ਇੱਦਾਂ ਦੀਆਂ ਗੱਲਾਂ ਥੋੜ੍ਹੀਆਂ ਜਿਹੀਆਂ ਨੋਟਿਸ ਹੋਣੀਆਂ ਚਾਹੀਦੀਆਂ ਹੈ ਕਿ ਕੋਈ ਐਸਾ ਟੌਪਿਕ ਤਾਂ ਆਪਦੇ ਸਿਲੇਬਸ ਦੇ ਅੰਦਰ ਨਹੀਂ ਦਿੱਤਾ ਗਿਆ ਜਿਸ ਦੇ ਅੰਦਰ ਇਹ ਹੋਵੇ ਕਿ ਕਵਿਤਾ ਸਾਹਿਤ ਰੂਪ ਅਗਰ ਹੁੰਦਾ ਤਾਂ ਉੱਥੇ ਪਰਿਭਾਸ਼ਾ ਪੁੱਛਣ ਦੀ ਸੰਭਾਵਨਾ ਸੀ। ਆਪਦੇ ਕਵਿਤਾ ਸਾਹਿਤ ਰੂਪ ਨਹੀਂ ਦਿੱਤਾ, ਜਦੋਂ ਕਿ ਆਪਦੇ ਕਿੱਸਾ, ਵਾਰ ਤੇ ਇੱਕ ਕਾਫੀ ਦਿੱਤਾ ਹੈ। ਕਵੀ ਦੁਆਰਾ ਕਵਿਤਾ ਵਿੱਚ ਆਪਣੀਆਂ ਭਾਵਨਾਵਾਂ ਨੂੰ ਸਾਰਥਕ ਢੰਗ ਨਾਲ ਪੇਸ਼ ਕਰਨ ਅਤੇ ਪਾਠਕਾਂ ਦੀ ਭਾਵਨਾਵਾਂ ਨੂੰ ਤਿੱਬਰ ਕਰਨ ਲਈ ਅਨੁਭਵ ਜਿੰਨਾ ਵਿਸ਼ਾਲ ਹੋਵੇਗਾ, ਉਸ ਦੁਆਰਾ ਸਿਰਜੇ ਬਿੰਬ ਉਨੇ ਹੀ ਸੰਜੀਵ ਤੇ ਪ੍ਰਭਾਵਸ਼ਾਲੀ ਹੋਣਗੇ। ਇਉਂ ਬਿੰਬ ਸਿਰਜਣ ਦੀ ਸਮਰੱਥਾ ਕਵੀ ਦੇ ਜੀਵਨ ਅਨੁਭਵ ਨਾਲ ਸਿੱਧੇ ਰੂਪ ਵਿੱਚ ਜੁੜੀ ਹੁੰਦੀ ਹੈ। ਤਾਂ ਇਸ ਤਰੀਕੇ ਨਾਲ ਇਹ ਬਿੰਬ ਹੈ, ਬਿੰਬਾਵਲੀ। ਅਤੇ ਇਸ ਦੇ ਨਾਲ ਨਾਲ ਆਪਾਂ ਇਸ ਕਵਿਤਾ ਦਾ ਅਹਿਮ ਤੱਤ ਹੈ ਜਿਹੜਾ ਉਹ ਭਾਵ ਦੇ ਬਾਰੇ ਦੇਖਿਆ। ਅੱਗੇ ਸਾਥੀਓ ਆਪਣੀ ਕਵਿਤਾ ਦੇ 2 ਤੱਤ ਹੋਰ ਬਚੇ ਨੇ, ਉਹ ਅਗਲੇ ਲੈਕਚਰ ਦੇ ਅੰਦਰ ਆਪਾਂ ਦੇਖਣੇ ਨਹੀਂ, ਅਗਲੀ ਕਲਾਸ ਦੇ ਅੰਦਰ ਦੇਖਣੇ ਨਹੀਂ। ਇੱਕ ਅਲੰਕਾਰ ਹੈ ਅਤੇ ਦੂਸਰਾ ਰਸ। ਵੈਸੇ ਤਾਂ ਇਹ ਸਧਾਰਨ ਜਿਹਾ ਟੌਪਿਕ ਹੈ, ਕਿਉਂਕਿ ਅਲੰਕਾਰ ਜਿਹੜੇ ਮੇਰੇ ਸਾਥੀਆਂ ਨੇ ਸਿੱਖੇ ਹੋਏ ਨੇ ਕਿ ਅਲੰਕਾਰ ਕੀ ਹੁੰਦੇ ਨੇ, ਉਹਨਾਂ ਦੀ ਪਹਿਚਾਣ ਕਿਵੇਂ ਕੀਤੀ ਜਾਏ, ਅਤੇ ਰਸ ਕੀ ਨੇ ਅਤੇ ਇਹਨਾਂ ਦੀ ਪਹਿਚਾਣ ਕਿਵੇਂ ਕੀਤੀ ਜਾਏ, ਉਹਨਾਂ ਲਈ ਕੋਈ ਮੁਸ਼ਕਿਲ ਨਹੀਂ ਹੈ। ਪਰ ਫਿਰ ਵੀ ਕਵਿਤਾ ਦਾ ਇੱਕ ਤੱਤ ਹੋਣ ਦੇ ਨਜ਼ਰੀਏ ਨਾਲ ਇਸ ਨੂੰ ਦੇਖਣਾ ਬੜਾ ਜ਼ਰੂਰੀ ਹੋ ਜਾਂਦਾ। ਇਸ ਲਈ ਇਹ ਵੀ ਦੋਨੋਂ ਪੁਆਇੰਟ ਮੈਂ ਅਗਲੇ ਲੈਕਚਰ ਦੇ ਅੰਦਰ ਲੈ ਕੇ ਆ ਰਿਹਾ। ਉਦੋਂ ਤੱਕ ਦੇ ਲਈ ਧੰਨਵਾਦ ਸਾਥੀਓ।